ਇਸੇ ਤਰ੍ਹਾਂ ਸਤਿਗੁਰੂ ਜੀ ਅੱਜ ਜਿਸ ਘਰ ਦੀ ਗੱਲ ਕਰ ਰਹੇ ਉਹਦੀ ਆਪਾਂ ਵਿਚਾਰ ਕਰੀਏ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਐ ਵਸਾਇਆ। ਭਗਤ ਕਬੀਰ ਜੀ ਦਾ ਜਿਵੇਂ ਫਰਮਾਨ ਹੈ, ਆਪਾਂ ਵਿਚਾਰ ਕੀਤੀ ਵੀ ਜਿਸ ਘਰ ਵਿੱਚ ਸਿਮਰਨ ਨਹੀਂ, ਬੰਦਗੀ ਨਹੀਂ, ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਜਾਂਦਾ, ਉਹ ਘਰ ਉਜਾੜ ਹੈ। ਉਹ ਘਰ ਕਿਸੇ ਕੰਮ ਦਾ ਨਹੀਂ। ਉਸ ਘਰ ਵਿੱਚ ਦੁੱਖ ਹੀ ਦੁੱਖ ਹੈ, ਵਿਘਨ ਹੀ ਵਿਘਨ ਹੈ, ਪਾਪ ਹੀ ਪਾਪ ਉੱਥੇ ਇਕੱਠੇ ਹੋ ਜਾਂਦੇ ਆ, ਰੋਗ ਇਕੱਠੇ ਹੋ ਜਾਂਦੇ ਆ। ਪਰ ਜਿਸ ਘਰ ਵਿੱਚ ਸਿਮਰਨ ਹੈ, ਪਰਮਾਤਮਾ ਦਾ ਬੰਦਗੀ ਹੈ, ਸਤਿਗੁਰੂ ਜੀ ਕਹਿੰਦੇ ਜਿੱਥੇ ਉਹਨੂੰ ਚੇਤੇ ਕੀਤਾ ਜਾਂਦਾ, ਜਿੱਥੇ ਉਹਦੀ ਯਾਦ ਹੈ, ਉਹ ਘਰ ਤਾਂ ਫਿਰ ਪੂਜਣ ਯੋਗ ਹੈ। ਸਤਿਗੁਰੂ ਜੀ ਕਹਿੰਦੇ ਉਹ ਘਰ ਮੈਨੂੰ ਬਹੁਤ ਪਿਆਰਾ ਲੱਗਦਾ, ਚੰਗਾ ਲੱਗਦਾ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਉਹ ਤਾਂ ਨਗਰ ਵੀ ਉਜਾੜ ਲੱਗਦੇ ਸਤਿਗੁਰੂ ਨੂੰ, ਭਾਵੇਂ ਸ਼ਹਿਰ ਹੋਣ, ਬੜਾ ਉੱਥੇ ਸ਼ੋਰ ਸ਼ਰਾਬਾ ਹੋਵੇ, ਬੜੀਆਂ ਰੌਣਕਾਂ ਹੋਣ, ਜੇ ਉੱਥੇ ਪਰਮੇਸ਼ਰ ਦਾ ਸਿਮਰਨ ਨਹੀਂ, ਫਿਰ ਉਹ ਸਤਿਗੁਰੂ ਜੀ ਕਹਿੰਦੇ ਮੈਨੂੰ ਤਾਂ ਉਜਾੜ ਲੱਗਦਾ। ਪਰ ਹਾਂ, ਜਿੱਥੇ ਪਰਮੇਸ਼ਰ ਦਾ ਸਿਮਰਨ ਹੈ, ਵਾਹਿਗੁਰੂ ਨੂੰ ਚੇਤੇ ਕੀਤਾ ਜਾਂਦਾ, ਉਹ ਘਰ ਸਤਿਗੁਰੂ ਜੀ ਕਹਿੰਦੇ ਪੂਜਣ ਯੋਗ ਆ, ਉੱਥੇ ਪਰਮਾਤਮਾ ਦਾ ਵਾਸਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਹਿਰਦਾ ਵੀ ਇੱਕ ਘਰ ਹੈ, ਇਹਦੇ ਵਿੱਚ ਪਰਮਾਤਮਾ ਨੂੰ ਵਸਾ। ਆਪਾਂ ਦੁਨਿਆਵੇ ਘਰ ਦੀ ਵਿਚਾਰ ਕੀਤੀ ਵੀ ਜੇ ਸਾਡੇ ਜਿੱਥੇ ਸਾਡਾ ਪਰਿਵਾਰ ਰਹਿੰਦਾ, ਦੁਨੀਆ ਵਾਲਾ ਘਰ, ਜਿਹਨੂੰ ਅਸੀਂ ਕੋਠੀ ਕਹਿ ਦਿੰਦੇ ਆ, ਘਰ ਕਹਿ ਦਿੰਦੇ ਆ, ਤਰ੍ਹਾਂ ਤਰ੍ਹਾਂ ਦੇ ਨਾਮ ਰੱਖੇ ਆ, ਜਿੱਥੇ ਅਸੀਂ ਰਹਿੰਦੇ ਆ, ਸਾਡਾ ਸਰੀਰ ਰਹਿੰਦਾ, ਉੱਥੇ ਪਰਮੇਸ਼ਰ ਦਾ ਸਿਮਰਨ ਨਹੀਂ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਘਰ ਨਹੀਂ, ਉਹ ਮੜੀਆਂ ਵਰਗਾ ਹੈ। ਪਰ ਜੇ ਕਦੇ ਤੇਰੇ ਹਿਰਦੇ ਵਿੱਚ ਵੀ ਪਰਮਾਤਮਾ ਦਾ ਨਾਮ ਨਹੀਂ, ਹਿਰਦੇ ਵਿੱਚ ਵੀ ਉਹਨੂੰ ਯਾਦ ਨਹੀਂ ਕਰਦਾ, ਅੰਦਰ ਧਿਆਉਂਦਾ ਨਹੀਂ, ਹੋਰ ਹੀ ਯਾਦਾਂ ਵਸੀਆਂ ਹੋਈਆਂ ਹਿਰਦੇ ਵਿੱਚ, ਕਦੇ ਕਿਸੇ ਦੀ ਯਾਦ, ਕਦੇ ਕਿਸੇ ਦੀ ਯਾਦ, ਦੁਨੀਆ ਦੀ ਯਾਦ, ਯਾਰਾਂ ਮਿੱਤਰਾਂ ਦੀ ਯਾਦ, ਕੰਮਾਂ ਕਾਰਾਂ ਦੀ ਯਾਦ ਸਦਾ ਬੰਦੇ ਅੰਦਰ ਵਸੀ ਰਹਿੰਦੀ ਹੈ। ਹਿਰਦੇ ਵਿੱਚ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਤੇ ਸਤਿਗੁਰੂ ਜੀ ਕਹਿੰਦੇ ਹਿਰਦੇ ਵਿੱਚ ਵੀ ਉਜਾੜ ਪੈ ਜਾਂਦੀ ਹੈ। ਹਿਰਦਾ ਵੀ ਜਿਹੜਾ ਸੋਕਾ ਖਾ ਜਾਂਦਾ ਹੈ, ਜਿਵੇਂ ਪੇੜ ਪੌਦੇ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕ ਜਾਂਦਾ ਹੈ, ਇਸੇ ਤਰ੍ਹਾਂ ਜੇ ਕਿਤੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਾ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਹਿਰਦਾ ਵੀ ਕੁਮਲਾ ਜਾਂਦਾ ਹੈ, ਹਿਰਦਾ ਵੀ ਸੋਕਾ ਖਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਪਰਮੇਸ਼ਰ ਨੂੰ ਚੇਤੇ ਰੱਖ। ਜਦੋਂ ਤੂੰ ਪਰਮਾਤਮਾ ਨੂੰ ਚੇਤੇ ਰੱਖੇਗਾ, ਫਿਰ ਬੇਗਮ ਹੋ ਜਾਵੇਂਗਾ, ਦੁੱਖਾਂ ਤੋਂ ਰਹਿਤ ਹੋ ਜਾਵੇਂਗਾ। ਜਿਵੇਂ ਸਤਿਗੁਰੂ ਦਾ ਫਰਮਾਨ ਹੈ, ਬੇਗਮ ਪੁਰਾ ਸ਼ਹਿਰ ਕੋ ਨਾਓ, ਦੁੱਖ ਅਦੋਹ ਨਹੀਂ ਤਹਿ ਠਾਓ। ਸਤਿਗੁਰੂ ਜੀ ਕਹਿੰਦੇ ਫਿਰ ਦੁੱਖਾਂ ਕਲੇਸ਼ਾਂ ਨੂੰ ਕੋਈ ਥਾਂ ਹੀ ਨਹੀਂ ਰਹਿਣਾ, ਜਦੋਂ ਤੂੰ ਪਰਮੇਸ਼ਰ ਨੂੰ ਚੇਤੇ ਕਰੇਂਗਾ। ਇਸ ਕਰਕੇ ਆਪਣੇ ਘਰ ਨੂੰ ਵੀ ਤੂੰ ਪਰਮੇਸ਼ਰ ਦਾ ਨਾਮ ਜਪ ਕੇ ਸਫਲਾ ਕਰ ਸਕਦਾ ਹੈ। ਆਪਣੇ ਹਿਰਦੇ ਰੂਪ ਘਰ ਦੇ ਅੰਦਰ ਵਿੱਚ ਪਰਮੇਸ਼ਰ ਦੀ ਯਾਦ ਵਸਾ ਕੇ ਆਪਣੇ ਹਿਰਦੇ ਨੂੰ ਵੀ ਤੂੰ ਹਰਿਆ ਭਰਿਆ ਕਰ ਸਕਦਾ, ਕਿਉਂਕਿ ਜਿੱਥੇ ਪਰਮੇਸ਼ਰ ਦਾ ਸਿਮਰਨ ਹੈ, ਉਹ ਸਤਿਗੁਰੂ ਜੀ ਕਹਿੰਦੇ ਉਹ ਘਰ ਨਹੀਂ, ਉਹ ਧਰਮਸ਼ਾਲ ਬਣ ਜਾਂਦੀ, ਜਿੱਥੇ ਪਰਮਾਤਮਾ ਦਾ ਸਿਮਰਨ ਹੈ। ਜਿਵੇਂ ਸਤਿਗੁਰੂ ਦਾ ਫਰਮਾਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਅੰਦਰ ਉਪਦੇਸ਼ ਬਖਸ਼ਦੇ ਵੀ ਜਿੱਥੇ ਪਰਮੇਸ਼ਰ ਦਾ ਸਿਮਰਨ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਸਾਨੂੰ ਪਰੰਪਰਾ ਦਿੱਤੀ ਹੈ, ਇਹੀ ਰੀਤ ਚਲਾਈ ਸੀ। ਉਸ ਸਮੇਂ ਪ੍ਰਚਾਰ ਕਰਕੇ ਘਰ ਘਰ ਅੰਦਰ ਧਰਮਸਾਲ ਬਣਾ ਦਿੱਤੀ, ਘਰ ਘਰ ਦੇ ਅੰਦਰ ਸਿਮਰਨ ਹੋਣ ਲੱਗ ਪਿਆ, ਪਰਮੇਸ਼ਰ ਦਾ ਪਰਮਾਤਮਾ ਦਾ ਜਾਪ ਹੋਣ ਲੱਗ ਪਿਆ ਘਰ ਘਰ ਅੰਦਰ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਹੀ ਐਸਾ ਸੀ, ਜੋ ਵੀ ਸੁਣਦਾ ਸੀ ਗੁਰੂ ਨਾਲ ਜੁੜ ਜਾਂਦਾ ਸੀ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸਵਾ। ਸਾਰੇ ਹੀ ਲੋਕਾਈ, ਸਾਰੇ ਲੋਕ ਗੁਰੂ ਨਾਲ ਜੁੜ ਗਏ, ਘਰ ਘਰ ਦੇ ਅੰਦਰ ਧਰਮਸਾਲ ਬਣ ਗਈ ਸੀ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੇ ਤੂੰ ਵੀ ਪਰਮੇਸ਼ਰ ਨੂੰ ਚੇਤੇ ਕਰੇਂਗਾ, ਹਿਰਦੇ ਵਿੱਚ ਵਸਾਵੇਂਗਾ, ਤੇ ਸਤਿਗੁਰੂ ਜੀ ਕਹਿੰਦੇ ਤੇਰਾ ਹਿਰਦਾ ਵੀ ਪੂਜਣ ਯੋਗ ਹੋ ਜਾਣਾ, ਤੇਰਾ ਘਰ ਵੀ ਧਰਮਸਾਲ ਬਣ ਜਾਣਾ। ਇਸ ਕਰਕੇ ਸਤਿਗੁਰੂ ਦਾ ਫਰਮਾਨ ਹੈ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ।
ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਜਦੋਂ ਕਿ ਨਿਮਰਤਾ ਸਹਿਤ ਸਤਿਗੁਰੂ ਨੂੰ ਅਰਦਾਸ ਬੇਨਤੀ ਕਰ ਦਿੰਦਾ ਹੈ, ਫਿਰ ਗੁਰੂ ਆਪ ਕਿਰਪਾ ਕਰਕੇ ਉਹਨਾਂ ਦੀਆਂ ਲਾਜਾਂ ਰੱਖਦਾ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਸਾਰੇ ਕਾਰਜ ਰਾਸ ਕਰ ਦਿੰਦਾ ਹੈ, ਸਾਰੇ ਪ੍ਰਕਾਰ ਦੇ ਦੁੱਖ ਦੁਸ਼ਟ ਖਤਮ ਹੋ ਜਾਂਦੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਪਰਮਾਤਮਾ ਆਪਣੇ ਪਿਆਰਿਆਂ ਦੀ ਪੈਜ ਆਪ ਰੱਖਦਾ ਹੈ। ਇਸ ਕਰਕੇ ਸਤਿਗੁਰੂ ਦਾ ਫਰਮਾਨ ਹੈ, ਹਿਰਦੈ ਨਾਮ ਵਸਾਵੋ, ਘਰ ਬੈਠੇ ਗੁਰੂ ਧਿਆਵੋ। ਆਪਣੇ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਾ, ਆਪਣੇ ਘਰ ਦੇ ਵਿੱਚ ਬੈਠ ਕੇ ਆਰਾਮ ਨਾਲ, ਸ਼ਾਂਤੀ ਨਾਲ, ਆਨੰਦ ਵਿੱਚ ਬਹਿ ਕੇ ਪਰਮਾਤਮਾ ਦਾ ਸਿਮਰਨ ਕਰ, ਉਹਨੂੰ ਧਿਆ। ਹਿਰਦੈ ਨਾਮ ਵਸਾਵੋ, ਘਰ ਬੈਠੇ ਗੁਰੂ ਧਿਆਵੋ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਦੁਨੀਆ ਦੇ ਸੁੱਖ ਤੇਰੇ ਘਰ ਵਿੱਚ ਆ ਜਾਣਗੇ ਜਦੋਂ ਤੂੰ ਆਪਣੇ ਘਰ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਕਰੇਂਗਾ, ਸਿਮਰਨ ਕਰੇਂਗਾ। ਕਿਸੇ ਪ੍ਰਕਾਰ ਦੀ ਕੋਈ ਕਮੀ ਰਹਿਣੀ ਨਹੀਂ ਤੇ ਥੋੜਾ ਪੂਰੀਆਂ ਨਹੀਂ ਹੁੰਦੀਆਂ, ਸੰਤੋਖ ਆਉਂਦਾ ਹੀ ਨਹੀਂ, ਸ਼ਾਂਤੀ ਮਿਲਦੀ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਜਿਸ ਘਰ ਵਿੱਚ ਤੂੰ ਰਹਿਣਾ ਹੈ, ਉਸ ਘਰ ਵਿੱਚ ਬੈਠ ਕੇ ਚੌਂਕੜਾ ਲਾ ਕੇ ਉਸ ਅਕਾਲ ਪੁਰਖ ਨੂੰ ਵੀ ਸੱਦਿਆ ਕਰ ਕਿ ਪਰਮਾਤਮਾ ਜੀ ਤੂੰ ਵੀ ਮੇਰੇ ਘਰ ਵਿੱਚ ਆ ਕੇ ਵਸ। ਜਿੱਥੇ ਉਹਦੀ ਯਾਦ ਹੈ, ਜਿੱਥੇ ਉਹਦਾ ਸਿਮਰਨ, ਉੱਥੇ ਉਹ ਪਰਮਾਤਮਾ ਆਪ ਹੈ। ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਜਿੱਥੇ ਉਹਦਾ ਸਿਮਰਨ, ਉੱਥੇ ਆਪ ਨਿਰੰਕਾਰ ਪਰਮੇਸ਼ਰ ਹੈ। ਤੇ ਯਾਦ ਰੱਖਿਓ, ਜਿੱਥੇ ਉਹ ਪਰਮੇਸ਼ਰ ਹੈ, ਉੱਥੇ ਕਿਸੇ ਪ੍ਰਕਾਰ ਦੀ ਕਿਵੇਂ ਕੋਈ ਕਮੀ ਆ ਸਕਦੀ ਹੈ, ਕਿਵੇਂ ਉੱਥੇ ਦੁੱਖ ਆ ਸਕਦੇ ਹਨ, ਕਿਵੇਂ ਉੱਥੇ ਚਿੰਤਾ ਆ ਸਕਦੀ ਹੈ। ਚਿੰਤਾਵਾਂ ਉੱਥੇ ਹੀ ਆਉਂਦੀਆਂ, ਦੁੱਖ ਉੱਥੇ ਹੀ ਆਉਂਦੇ ਆ ਜਿੱਥੇ ਪਰਮੇਸ਼ਰ ਵਿਸਰਿਆ ਹੋਇਆ ਹੈ। ਕੌਤਕ ਕੋੜ ਤਮਾਸਿਆ ਚਿਤਨ ਆਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਸਤਿਗੁਰੂ ਜੀ ਦਾ ਫਰਮਾਨ ਹੈ, ਸਤਿਗੁਰੂ ਜੀ ਕਹਿੰਦੇ ਕੌਤਕ ਕੋੜ ਤਮਾਸਿਆ ਚਿਤਨ ਆਵ ਸੁਨਾਓ। ਉਹ ਤਾਂ ਕੋੜ ਦੇ ਰੋਗੀ ਵਰਗੇ ਲੋਕ ਹੈ ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਨਹੀਂ ਆਉਂਦਾ। ਨਾਨਕ ਕੋੜੀ ਨਰਕ ਬਰਾਬਰੇ, ਉਹ ਤਾਂ ਨਰਕਾਂ ਵਿੱਚ ਵਸਦੇ ਆ। ਉਜੜ ਸੋਈ ਥਾਓ, ਭਾਵੇਂ ਉਹਨਾਂ ਦੇ ਮਹਿਲਾਂ ਦੇ ਗੇਟਾਂ ਨੂੰ ਹੀਰੇ ਮੋਤੀ ਲੱਗੇ ਹੋਣ, ਚੰਦਨ ਦੇ ਦਰਵਾਜ਼ੇ ਲੱਗੇ ਹੋਣ, ਮਹਿਲ ਪਾਏ ਹੋਣ। ਸਤਿਗੁਰੂ ਜੀ ਕਹਿੰਦੇ ਜਿੱਥੇ ਪਰਮੇਸ਼ਰ ਨੂੰ ਨਹੀਂ ਚੇਤੇ ਕੀਤਾ ਜਾਂਦਾ, ਉਹ ਤਾਂ ਉਜਾੜ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਸੁੰਦਰ ਸੇਜਾਂ ਲੱਗੀਆਂ ਹੋਣ ਉੱਥੇ, ਸੁੰਦਰ ਸੇਜ ਅਨੇਕ ਸੁਖ, ਅਨੇਕਾਂ ਸੁਖ ਹੋਣ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਬੜੇ ਪ੍ਰਕਾਰ ਦੇ ਬੰਦਾ ਰਸ ਭੋਗਦਾ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਸਤਿਗੁਰੂ ਜੀ ਕਹਿੰਦੇ ਗ੍ਰਹਿ ਸੋਇਨ ਚੰਦਨ ਸੁਗੰਧ, ਚੰਦਨ ਦੀਆਂ ਸੁਗੰਧੀਆਂ ਆਉਂਦੀਆਂ ਹੋਣ। ਲਾਏ ਮੋਤੀ ਹੀਰੇ, ਮੋਤੀ ਹੀਰੇ ਲੱਗੇ ਹੋਣ। ਗ੍ਰਹਿ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਸ ਨਾਹੀ ਵਸੂਰੇ। ਸਤਿਗੁਰੂ ਜੀ ਕਹਿੰਦੇ ਮਨ ਇੱਛੇ ਸੁਖ ਮਾਣਦਾ ਹੋਵੇ, ਜੋ ਮਨ ਵਿੱਚ ਆਇਆ ਉਹੀ ਸੁਖ ਪ੍ਰਾਪਤ ਹੋ ਗਿਆ। ਬੜੇ ਪ੍ਰਕਾਰ ਦੇ ਸੁਖ ਹੋਣ ਕੋਲੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਸੂਰੇ, ਕਿਸੇ ਪ੍ਰਕਾਰ ਦੀ ਕੋਈ ਘਾਟ ਨਾ ਹੋਵੇ। ਅੱਗੇ ਸਤਿਗੁਰੂ ਜੀ ਕਹਿੰਦੇ ਆ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਸੂਰੇ। ਸੋ ਪ੍ਰਭ ਚਿਤ ਨ ਆਵਈ ਬਿਸਟਾ ਕੇ ਕੀੜੇ। ਇੰਨਾ ਸੁਖ ਮਾਣਦੇ ਹੋਏ, ਇੰਨਾ ਆਨੰਦ ਲੈਂਦੇ ਹੋਏ, ਮਹਿਲਾਂ ਵਿੱਚ ਰਹਿੰਦੇ ਹੋਏ, ਜਿੱਥੇ ਹੀਰੇ ਮੋਤੀ ਲੱਗੇ ਆ, ਸੋਨਾ ਚਾਂਦੀ ਲੱਗੀ ਹੈ ਤੇ ਸੁੰਦਰ ਸੇਜਾਂ ਲੱਗੀਆਂ ਹੋਈਆਂ, ਚੰਦਨਾਂ ਦੀਆਂ ਖੁਸ਼ਬੂਆਂ ਹੁੰਦੀਆਂ, ਜੇ ਇੰਨਾ ਸੁਖ ਮਾਣਦੇ ਹੋਏ ਵੀ ਪਰਮੇਸ਼ਰ ਚੇਤੇ ਨਹੀਂ, ਸਤਿਗੁਰੂ ਜੀ ਕਹਿੰਦੇ ਉਹ ਤਾਂ ਬਿਸ਼ਟਾ ਦੇ ਕੀੜੇ ਬਰੋਬਰ ਹੈ। ਸੋ ਪ੍ਰਭ ਚਿਤ ਨ ਆਵਈ ਬਿਸ਼ਟਾ ਕੇ ਕੀੜੇ, ਗੰਦਗੀ ਦਾ ਕੀੜਾ ਹੈ ਜੇ ਪਰਮੇਸ਼ਰ ਚੇਤੇ ਨਹੀਂ। ਦੂਸਰੇ ਪਾਸੇ ਸਤਿਗੁਰੂ ਜੀ ਇਹ ਵੀ ਕਹਿੰਦੇ ਆ, ਬਸਤਾ ਟੁੱਟੀ ਝੌਂਪੜੀ ਚੀਰ ਸ਼ਬ ਸਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿਨਾ। ਟੁੱਟੀ ਝੌਂਪੜੀ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ ਸ਼ਬ ਸਿੰਨਾ, ਉਹਦੇ ਚੀਰ ਵੀ ਖਿਲਰੇ ਪਏ ਹੋਣ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿਨਾ, ਉੱਚੀ ਜਾਤ ਨਾ ਹੋਵੇ, ਪਾਤ ਨਾ ਹੋਵੇ, ਆਦਰ ਮਾਣ ਨਾ ਹੋਵੇ, ਐਸੀ ਹਾਲਤ ਹੋਵੇ
ਮਿੱਤਰ ਨਾ ਇਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਕਹਿੰਦੇ ਮਿੱਤਰ ਵੀ ਨਾ ਹੋਣ, ਧਨ ਵੀ ਨਾ ਹੋਵੇ, ਰੂਪਹੀਣ ਹੋਵੇ, ਸੁੰਦਰ ਰੂਪ ਵੀ ਨਾ ਹੋਵੇ, ਕਿਛ ਸਾਕ ਨਾ ਸਿੰਨਾ, ਸਾਕ ਸੰਬੰਧੀ ਰਿਸ਼ਤੇਦਾਰ ਵੀ ਕੋਈ ਨਾ ਹੋਵੇ। ਕਿਉਂਕਿ ਮਾੜਿਆਂ ਦੇ ਰਿਸ਼ਤੇਦਾਰ, ਮਾੜੇ ਦਾ ਰਿਸ਼ਤੇਦਾਰ ਕੌਣ ਬਣਦਾ ਹੈ? ਚੰਗਿਆਂ ਦੇ ਤਾਂ ਦੂਰੋਂ ਦੂਰੋਂ ਵੀ ਰਿਸ਼ਤੇਦਾਰੀਆਂ ਅੰਗਲੀ ਸੰਗਲੀ ਰਲ ਜਾਂਦੀ ਹੈ ਵੀ ਫਲਾਨਾ ਮੇਰਾ ਇਹ ਰਿਸ਼ਤੇਦਾਰ ਹੈ, ਗਾਂ ਦੀ ਗਾਂ ਸਾਡੀ ਰਿਸ਼ਤੇਦਾਰੀ ਪੈਂਦੀ ਹੈ। ਪਰ ਜੇ ਕੋਈ ਮਾੜਾ ਹੋਵੇ, ਦੂਰੇ ਪਾਸਾ ਵਟ ਲੈਂਦੇ ਵੀ ਇਹ ਸਾਡਾ ਕੀ ਲੱਗਦਾ ਹੈ। ਇਹ ਸੁਭਾਅ ਹੈ ਸੰਸਾਰ ਦਾ। ਜੇ ਕਿਸੇ ਕੋਲ ਅਹੁਦਾ ਹੈ, ਕੋਈ ਮੰਤਰੀ ਲੱਗਿਆ, ਕੋਈ ਕਿਸੇ ਕੋਲ ਸਰਕਾਰੀ ਦਰਬਾਰੇ ਕੋਈ ਨੌਕਰੀ ਹੈ, ਤੇ ਬੰਦਾ ਲੋਕਾਂ ਨੂੰ ਦੱਸਦਾ ਵੀ ਆਹ ਤਾਂ ਮੇਰਾ ਦੂਰ ਦਾ ਰਿਸ਼ਤੇਦਾਰ ਹੈ ਜੀ, ਰਿਸ਼ਤੇਦਾਰੀ ਪੈਂਦੀ ਹੈ। ਪਰ ਜਿਹਦੇ ਕੋਲੇ ਝੌਂਪੜੀ ਆ ਕੱਲੀ, ਜਿਹਦੇ ਚੀਰ ਵੀ ਖਿਲਰੇ ਪਏ ਆ, ਤੇ ਉਹਦਾ ਰਿਸ਼ਤੇਦਾਰ ਕੌਣ ਬਣਦਾ ਹੈ? ਉਹਦੇ ਰਿਸ਼ਤੇਦਾਰ ਹੋਣ ਵੀ ਤੇ ਉਹ ਜਵਾਬ ਦੇ ਦਿੰਦੇ ਆ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ 707 ਅੰਗ ਤੇ ਸਤਿਗੁਰੂ ਜੀ ਕਹਿੰਦੇ ਬਸਤਾ ਟੁੱਟੀ ਝੌਂਪੜੀ। ਕਹਿੰਦੇ ਮਿੱਤਰ ਨਾ ਇਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਸਾਕ ਸੰਬੰਧੀ ਰਿਸ਼ਤੇਦਾਰ ਵੀ ਕੋਈ ਨਾ ਬਣੇ, ਕੋਈ ਨਾ ਹੋਵੇ। ਅੱਗੇ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਉਹ ਜੇ ਉਹਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਗਿਆ ਤੇ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਸਤਿਗੁਰੂ ਜੀ ਕਹਿੰਦੇ ਮੈਨੂੰ ਉਹ ਰਾਜਾ ਲੱਗਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ। ਸਤਿਗੁਰੂ ਜੀ ਕਹਿੰਦੇ ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਉਹਦੀ ਧੂੜੀ ਪਰਮਾਤਮਾ ਪਰਮੇਸ਼ਰ ਮੰਗਦਾ ਕਿ ਉਸ ਮਹਾਪੁਰਖ ਦੀ, ਉਸ ਗੁਰਮੁਖ ਪਿਆਰੇ ਦੀ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਪਰਮੇਸ਼ਰ ਆਪ ਸੋ ਪ੍ਰਸੰਨ ਹੋ ਜਾਂਦਾ ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ, ਮੰਗ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਭਾਵੇਂ ਉਹ ਤੇਰੀ ਕੁੱਲੀ ਹੈ, ਭਾਵੇਂ ਤੇਰੇ ਮਹਿਲ ਹਨ, ਉਹਨਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਨੂੰ ਚੇਤੇ ਕਰਿਆ ਕਰ। ਫਿਰ ਜਿੱਥੇ ਰਹਿਣਾ, ਜਿੱਥੇ ਵਸਦਾ ਉੱਥੇ ਹੀ ਪ੍ਰਵਾਨ ਹੋ ਜਾਵੇਂਗਾ। ਪਰ ਜੇ ਮੰਦਰ ਦੇਖ ਕੇ, ਘਰ ਦੇਖ ਕੇ, ਇਹੀ ਕੁਝ ਦੇਖ ਕੇ ਦੁਨੀਆ ਵਾਲਾ ਧਨ ਦੌਲਤ, ਜ਼ਮੀਨ ਜਾਇਦਾਦ, ਸੋਨਾ ਚਾਂਦੀ, ਪੈਸਾ ਦੇਖ ਕੇ ਹੀ ਆਪਣੇ ਆਪ ਨੂੰ ਅੰਦਰ ਹਉਮੈ ਹੀ ਆਪਣੇ ਵੱਧਦੀ ਰਹੀ ਵੀ ਇੰਨਾ ਕੁਝ ਹੈ ਮੇਰੇ ਕੋਲੇ। ਸਤਿਗੁਰੂ ਜੀ ਕਹਿੰਦੇ ਕੁਝ ਵੀ ਨਹੀਂ ਤੇਰੇ ਕੋਲੇ, ਫਿਰ ਖਾਲੀ ਹੈ। ਜਿਵੇਂ ਆਪਾਂ ਅੱਗੇ ਵਿਚਾਰ ਕੀਤੀ, ਉੱਚੇ ਮੰਦਰ ਸੁੰਦਰ ਨਾਰੀ, RAM ਨਾਮ ਬਿਨ ਬਾਜੀ ਹਾਰੀ। ਹਾਰ ਜਾਏਗਾ ਬਾਜੀ ਜੀਵਨ ਵਾਲੀ। ਇਸ ਕਰਕੇ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ, ਜਿਤ ਪਾਰ ਬ੍ਰਹਮ ਚਿਤ ਆਇਆ। ਜਿਨ੍ਹਾਂ ਦੇ ਚਿੱਤ ਵਿੱਚ ਪਰਮੇਸ਼ਰ ਪਾਰ ਬ੍ਰਹਮ ਆ ਗਿਆ, ਸੋ ਘਰ ਦਈਐ ਵਸਾਇਆ, ਉਹੀ ਘਰ ਸੁਖੀ ਵਸਦੇ ਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਸਦਾ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਸਦਾ ਹੈ, ਜਿਹੜੇ ਆਪਣੇ ਘਰ ਵਿੱਚ ਪਰਮੇਸ਼ਰ ਨੂੰ ਚੇਤੇ ਰੱਖਦੇ ਆ, ਅਕਾਲ ਪੁਰਖ ਪਰਮੇਸ਼ਰ ਨੂੰ, ਜਿਹਨੇ ਸਭ ਕੁਝ ਦਿੱਤਾ ਉਹਨੂੰ ਚੇਤੇ ਕਰਨਾ, ਆਪਣੇ ਘਰ ਵਿੱਚ ਪਰਮਾਤਮਾ ਨੂੰ ਯਾਦ ਕਰਨਾ, ਇਹੀ ਇੱਕ ਸਤਿਗੁਰੂ ਜੀ ਕਹਿੰਦੇ ਸੁੱਖਾਂ ਵਿੱਚ ਵਸਣ ਦਾ ਸਾਧਨ ਹੈ। ਘਰ ਵਿੱਚ ਸਾਨੂੰ ਚਾਹੀਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀਏ, ਸਿਮਰਨ ਕਰੀਏ, ਕਿਉਂਕਿ ਸਾਡੇ ਪਾਪ ਹੀ ਏਡੇ ਏਡੇ ਵੱਡੇ ਆ ਵੀ ਅਸੀਂ ਬਖਸ਼ੇ ਨਹੀਂ ਜਾ ਸਕਦੇ। ਕਲਯੁਗੀ ਜੀਵ ਆ, ਹਰ ਵੇਲੇ ਪੈਰ ਪੈਰ ਤੇ ਭੁੱਲਾਂ ਕਰਦੇ ਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਅਵਗੁਣ ਬੜੇ ਵੱਡੇ ਵੱਡੇ ਆ। ਸਤਿਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਤੂੰ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਜ਼ਰੂਰ ਕਰਿਆ ਕਰ, ਕਿਉਂਕਿ ਘਰ ਜਿੱਥੇ ਤੂੰ ਰਹਿਣਾ ਹੈ, ਜਿੱਥੇ ਤੂੰ ਵਸਦਾ ਹੈ, ਉੱਥੇ ਜੇ ਪਰਮਾਤਮਾ ਦਾ ਸਿਮਰਨ ਹੈ ਤੇ ਉੱਥੇ ਤਾਂ ਹੀ ਪਰਮੇਸ਼ਰ ਦੇ ਸਿਮਰਨ ਨਾਲ, ਉਹਦੀ ਬਰਕਤ ਨਾਲ ਹੀ ਸੁੱਖ ਤੇ ਸ਼ਾਂਤੀ ਮਿਲ ਸਕਦੀ ਹੈ। ਨਹੀਂ ਤੇ ਆਪਾਂ ਵਿਚਾਰ ਅੱਗੇ ਕੀਤੀ ਹੈ, ਉਜਾੜ ਹੈ ਉਹ, ਜਿੱਥੇ ਪਰਮੇਸ਼ਰ ਦਾ ਸਿਮਰਨ ਹੀ ਨਹੀਂ, ਜਿੱਥੇ ਪਰਮਾਤਮਾ ਦੀ ਬੰਦਗੀ ਨਹੀਂ, ਉਹ ਘਰ ਮੜੀਆਂ ਵਰਗੇ ਹਨ। ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਨ ਮਾਏ। ਤੇ ਸਤਿਗੁਰੂ ਜੀ ਅੱਜ ਕਹਿੰਦੇ ਵੀ ਜਿਹੜੇ ਘਰ ਵਿੱਚ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਹੈ, ਉਹੀ ਘਰ ਸੁਖੀ ਵਸਦਾ ਹੈ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਐ ਵਸਾਇਆ। ਉਹ ਘਰ ਸੁਖੀ ਵਸਦਾ ਹੈ, ਸ਼ਾਂਤ ਵਸਦਾ ਹੈ, ਆਨੰਦਮਈ। ਉੱਥੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ, ਜਿੱਥੇ ਪਰਮਾਤਮਾ ਦਾ ਸਿਮਰਨ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਉਚਾਰਨ ਕਰਦੇ ਹਨ, ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ।
ਸੁਖ ਸਾਗਰ ਦਾ ਅਰਥ ਹੈ ਸੁੱਖਾਂ ਦਾ ਸਮੁੰਦਰ, ਸੁੱਖਾਂ ਦਾ ਸਾਗਰ। ਸੁਖ ਸਾਗਰ, ਸੁੱਖਾਂ ਦਾ ਸਾਗਰ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਹੈ। ਜਿਨ੍ਹਾਂ ਨੇ ਉਹ ਪਾ ਲਿਆ, ਜਿਨ੍ਹਾਂ ਨੇ ਉਹਦਾ ਸਿਮਰਨ ਕਰ ਲਿਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਸਹਿਸਾ ਕਹਿੰਦੇ ਸਹਿਮ ਨੂੰ, ਜਿਹੜੀਆਂ ਸਾਨੂੰ ਚਿੰਤਾਵਾਂ ਸਤਾਉਂਦੀਆਂ, ਸਾਡਾ ਕੀ ਬਣੂ ਜੀ, ਸਾਡੇ ਬੱਚਿਆਂ ਦਾ ਕੀ ਬਣੂ, ਸਾਡੇ ਪਰਿਵਾਰ ਦਾ ਕੀ ਬਣੂ, ਅੱਗੇ ਪਤਾ ਨਹੀਂ ਕੀ ਬਣੂ, ਇਹ ਸਾਨੂੰ ਚਿੰਤਾ ਹਮੇਸ਼ਾ ਹੀ ਸਤਾਉਂਦੀ ਰਹਿੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਤੂੰ ਚਿੰਤਾ ਦੀ ਥਾਂ ਤੇ ਚਿੰਤਨ ਕਰ। ਜਦੋਂ ਚਿੰਤਨ ਕਰੇਗਾ ਤੇ ਤੇਰੀਆਂ ਆਪੇ ਜਿਹੜੀਆਂ ਚਿੰਤਾਵਾਂ ਗੁਰੂ ਨੇ ਆਪਣੇ ਕੋਲ ਰੱਖ ਲੈਣੀਆਂ, ਤੈਨੂੰ ਖੁਸ਼ੀਆਂ ਬਖਸ਼ਣੀਆਂ ਆਪਣੇ ਘਰੋਂ, ਰਹਿਮਤਾਂ ਕਰਕੇ ਤੇਰੇ ਸਾਰੇ ਸੰਸੇ ਮੇਟ ਦੇਣੇ ਆ। ਜਦੋਂ ਸੁੱਖਾਂ ਦਾ ਸਾਗਰ ਅੰਦਰ ਵਸ ਜਾਂਦਾ ਹੈ, ਪਰਮੇਸ਼ਰ ਦਾ ਸਿਮਰਨ ਅੰਦਰ ਵਸ ਜਾਂਦਾ ਹੈ, ਜਿਨ੍ਹਾਂ ਨੇ ਉਸ ਸੁੱਖਾਂ ਦੇ ਸਾਗਰ ਨੂੰ ਪ੍ਰਾਪਤ ਕਰ ਲਿਆ, ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤਾ ਸਹਿਸਾ ਸਗਲ ਮਿਟਾਇਆ। ਫੇਰ ਹੀ ਸੰਸੇ ਖਤਮ ਹੁੰਦੇ ਆ, ਫੇਰ ਹੀ ਚਿੰਤਾਵਾਂ ਖਤਮ ਹੁੰਦੀਆਂ, ਜਦੋਂ ਵਾਹਿਗੁਰੂ ਅੰਦਰ ਵਸਦਾ ਹੈ। ਜਦੋਂ ਚਿੰਤਨ ਅੰਦਰ ਵਸਦਾ ਤੇ ਚਿੰਤਾ ਨੂੰ ਕੋਈ ਥਾਂ ਨਹੀਂ, ਫਿਰ ਚਿੰਤਾ ਸਾਰੀਆਂ ਪਰਮੇਸ਼ਰ ਦੀਆਂ ਹੋ ਜਾਂਦੀਆਂ। ਮਨ ਦੇ ਫੁਰਨੇ, ਕੋਈ ਵੀ ਮਨ ਵਿੱਚ ਫੁਰਨਾ ਹੋਵੇ, ਸਤਿਗੁਰੂ ਸਹਿਜੇ ਹੀ ਪੂਰਾ ਕਰ ਦਿੰਦੇ। ਕਿਸੇ ਕਾਰੋਬਾਰ ਕੰਮ ਵਿੱਚ ਵਿਘਨ ਨਹੀਂ ਪੈਂਦਾ, ਕੋਈ ਦੁੱਖ ਸਤਾ ਨਹੀਂ ਸਕਦਾ। ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਆ, ਉਹਨਾਂ ਨੂੰ ਕੋਈ ਦੁੱਖ ਨਹੀਂ ਸਤਾਉਂਦਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖਾਂ ਕਲੇਸ਼ਾਂ ਰੋਗਾਂ ਮਾੜੇ ਕਰਮਾਂ ਦਾ ਵਿਘਨਾਂ ਦਾ ਵਿਨਾਸ਼ ਹੋ ਜਾਂਦਾ। ਨਹੀਂ ਤੇ ਜ਼ਿੰਦਗੀ ਵਿੱਚ ਵਿਘਨ ਹੀ ਬੜੇ ਪੈਂਦੇ ਆ, ਇੱਕ ਟਲਦਾ ਦੂਜਾ ਤਿਆਰ, ਦੂਜਾ ਟਲਦਾ ਤੀਜਾ ਤਿਆਰ, ਵਿਘਨ ਹੀ ਘੇਰੀ ਰੱਖਦੇ ਸਾਨੂੰ। ਕੋਈ ਕੰਮ ਸਿਰੇ ਨਹੀਂ ਚੜ੍ਹਦਾ, ਕੋਈ ਕਾਰਜ ਵਿੱਚ ਸਾਨੂੰ ਤਰੱਕੀ ਨਹੀਂ ਮਿਲਦੀ, ਕਿਉਂਕਿ ਪਰਮਾਤਮਾ ਨੂੰ ਨਹੀਂ ਸਿਮਰਦੇ। ਜਿਵੇਂ ਆਪਾਂ ਅੱਗੇ ਵਿਚਾਰ ਕੀਤੀ ਸੀ ਵੀ ਜਦੋਂ ਪਰਮਾਤਮਾ ਚੇਤੇ ਆ ਜਾਂਦਾ, ਵਾਹਿਗੁਰੂ ਚੇਤੇ ਆ ਜਾਂਦਾ ਹੈ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਜਦੋਂ ਪਰਮਾਤਮਾ ਨੂੰ ਚੇਤੇ ਕਰਦੇ ਆ, ਸਤਿਗੁਰੂ ਜੀ ਕਹਿੰਦੇ ਫਿਰ ਉਹ ਆਪ ਆ ਕੇ ਕਾਜ ਰਾਸ ਕਰਦਾ ਹੈ, ਸਾਰੇ ਕੰਮ ਸਿਰੇ ਚੜਾ ਦਿੰਦਾ ਹੈ। ਨਹੀਂ ਤੇ ਸਾਡੀ ਜ਼ਿੰਦਗੀ ਵਿੱਚ ਵਿਘਨ ਬਹੁਤ ਆਉਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸੁੱਖਾਂ ਦਾ ਸਾਗਰ ਹੀ ਮਿਲ ਗਿਆ, ਪਰਮੇਸ਼ਰ ਹੀ ਮਿਲ ਗਿਆ, ਤੇ ਉਹਨਾਂ ਨੂੰ ਕੋਈ ਚਿੰਤਾ ਕਿਵੇਂ ਸਤਾ ਸਕਦੀ। ਤਾਂ ਸਹਿਸਾ ਸਗਲ ਮਿਟਾਇਆ, ਸਾਰੇ ਸੰਸੇ, ਸਾਰੇ ਸਹਿਮ, ਸਾਰੀਆਂ ਚਿੰਤਾਵਾਂ ਗੁਰੂ ਆਪ ਕੱਟ ਦਿੰਦਾ ਹੈ। ਅੱਗੇ ਉਚਾਰਨ ਕਰਦੇ ਹਨ, ਹਰਿ ਕੇ ਨਾਮ ਕੀ ਵਡਿਆਈ। ਸਾਧ ਸੰਗਤ ਗੁਰਮੁਖ ਪਿਆਰਿਓ, ਇਹ ਹਰੀ ਦੇ ਨਾਮ ਦੀ ਵਡਿਆਈ, ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਹਮੇਸ਼ਾ ਹੀ ਸਾਨੂੰ ਚਾਹੀਦੀ। ਸਾਡੀ ਰਸਨਾ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰਦੀ ਰਵੇ ਹਮੇਸ਼ਾ। ਹਰਿ ਕੇ ਨਾਮ ਕੀ ਵਡਿਆਈ। ਸਤਿਗੁਰੂ ਜੀ ਅੱਗੇ ਕਹਿੰਦੇ ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ ਰਹਾ। ਆਠ ਪਹਿਰ ਦਾ ਅਰਥ ਹੈ ਹਰ ਵੇਲੇ, ਅਠੇ ਪਹਿਰ, ਆਠ ਪਹਿਰ ਗੁਣ ਗਾਈ। ਅਠੇ ਪਹਿਰ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਹਮੇਸ਼ਾ ਗਾਉਣੇ ਚਾਹੀਦੇ ਆ। ਚੇਤੇ ਰੱਖਣਾ ਚਾਹੀਦਾ ਪਰਮਾਤਮਾ ਨੂੰ। ਜਦੋਂ ਸਾਡੇ ਚੇਤੇ ਵਿੱਚ ਪਰਮੇਸ਼ਰ ਹੈ ਤੇ ਸਾਡੇ ਸਿਮਰਨ ਵਿੱਚ ਪਰਮੇਸ਼ਰ ਹੈ, ਉਹਦੀ ਯਾਦ ਹੀ ਉਹਦਾ ਸਿਮਰਨ ਹੈ। ਜਦੋਂ ਉਹਨੂੰ ਚੇਤੇ ਕਰਦੇ ਆ ਤੇ ਉਹਦਾ ਸਿਮਰਨ ਹੁੰਦਾ ਹੈ। ਇਸ ਕਰਕੇ ਅਠੇ ਪਹਿਰ ਚੇਤੇ ਰੱਖ ਤੇ ਅਠੇ ਪਹਿਰ ਹੀ ਸਿਮਰਨ ਹੋਈ ਜਾਣਾ। ਸਦਾ ਹੀ ਉਹਨੂੰ ਚੇਤੇ ਰੱਖ। ਆਠ ਪਹਿਰ ਗੁਣ ਗਾਈ। ਸਤਿਗੁਰੂ ਜੀ ਕਹਿੰਦੇ ਗੁਰ ਪੂਰੇ ਤੇ ਪਾਈ। ਇਹ ਦਾਤ ਹੈ, ਇਹ ਬਖਸ਼ਿਸ਼ ਹੈ, ਜਿਨ੍ਹਾਂ ਤੇ ਗੁਰੂ ਆਪ ਕਰਦਾ। ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ ਦਾਤ। ਯਾਦ ਉਹਦੀ ਅੰਦਰ ਵਸਣੀ, ਉਹਦਾ ਚੇਤਾ ਅੰਦਰ ਵਸਣਾ। ਨਹੀਂ ਤੇ ਕੰਮਾਂ ਕਾਰਾਂ ਦੀ ਚਿੰਤਾ, ਉਹਦਾ ਚੇਤਾ ਹੀ ਰਹਿੰਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਅੰਦਰ ਵਸਿਆ ਰਹਿੰਦਾ ਹੈ। ਬੁਰੇ ਪਾਸੇ ਹਮੇਸ਼ਾ ਬੰਦੇ ਦਾ ਧਿਆਨ ਰਹਿੰਦਾ ਹੈ, ਚੇਤਾ ਉਹੀ ਵਸਿਆ ਰਹਿੰਦਾ ਅੰਦਰ। ਮਾੜਾ ਦੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਅਵਗਣ ਕਰਨੇ, ਇਸੇ ਤਰ੍ਹਾਂ ਦਾ ਚੇਤਾ ਅੰਦਰ ਵਸਿਆ ਰਹਿੰਦਾ। ਪਰ ਗੁਰੂ ਜਿਨ੍ਹਾਂ ਤੇ ਆਪ ਬਖਸ਼ਿਸ਼ ਕਰੇ, ਕਿਰਪਾ ਕਰੇ, ਰਹਿਮਤ ਕਰੇ, ਉਹਨਾਂ ਦੇ ਅੰਦਰ ਗੁਰੂ ਦੀ ਯਾਦ ਵਸਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਪੂਰੇ ਤੇ ਪਾਈ। ਇਹ ਦਾਤ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਦਾਤ ਤਾਂ ਹੀ ਮਿਲਦੀ ਹੈ ਜਦੋਂ ਅਸੀਂ ਸੇਵਾ ਤੇ ਸਿਮਰਨ ਸ਼ਰਧਾ ਭਾਵਨਾ ਨਾਲ ਕਰਕੇ ਗੁਰੂ ਤੋਂ ਇਹ ਦਾਤ ਮੰਗਦੇ, ਝੋਲੀ ਅੱਡ ਕੇ। ਗੁਰੂ ਫਿਰ ਕਿਰਪਾ ਕਰਕੇ ਆਪਣੇ ਸਿਮਰਨ ਦੀ, ਆਪਣੀ ਯਾਦ ਦੀ ਦਾਤ ਬਖਸ਼ਦਾ ਹੈ।
ਸਤਿਗੁਰੂ ਜੀ ਕਹਿੰਦੇ ਔਗਣ ਛੱਡਣੇ ਪੈਣੇ ਆ। ਸਹਿਜੇ ਸਹਿਜੇ ਆਪਣੇ ਆਪ ਨੂੰ ਅੰਦਰੋਂ ਤਿਆਰ ਕਰ ਲੈ। ਪਰਮੇਸ਼ਰ ਦਾ ਨਾਮ ਅੰਦਰ ਟਿਕਾਉਣ ਵਾਸਤੇ ਹੌਲੀ ਹੌਲੀ ਸਹਿਜੇ ਸਹਿਜੇ ਪਹਿਲਾਂ ਸਾਧ ਸੰਗਤ ਵਿੱਚ ਬੈਠ, ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਵਡਿਆਈ ਸੁਣ, ਹੱਥਾਂ ਨਾਲ ਸੇਵਾ ਕਰ, ਰਸਨਾ ਨਾਲ ਨਾਮ ਜਪ ਕੇ ਰਸਨਾ ਸਫਲੀ ਕਰ। ਸਹਿਜੇ ਸਹਿਜੇ ਅੰਦਰ ਵਸਾ ਪਰਮੇਸ਼ਰ ਦੇ ਸਿਮਰਨ ਨੂੰ, ਕਿਉਂਕਿ ਜਦੋਂ ਅਸੀਂ ਸਿਮਰਨ ਕਰਾਂਗੇ ਸਹਿਜੇ ਸਹਿਜੇ ਆਪੇ ਅੰਦਰ ਵਸਣ ਲੱਗ ਪੈਣਾ। ਅੰਦਰ ਜਾ ਕੇ ਸਿਮਰਨ ਨੇ ਪੱਕਾ ਹੋਣ ਲੱਗ ਪੈਣਾ। ਜਦੋਂ ਅਸੀਂ ਰਸਨਾ ਨਾਲ ਨਾਮ ਜਪਾਂਗੇ, ਵਾਹਿਗੁਰੂ ਵਾਹਿਗੁਰੂ ਜਪਾਂਗੇ, ਤੇ ਸਹਿਜੇ ਸਹਿਜੇ ਅੰਦਰ ਹਿਰਦੇ ਵਿੱਚ ਵੀ ਵਸਣ ਲੱਗ ਪੈਣਾ। ਜੇ ਰਸਨਾ ਨਾਲ ਹੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ ਹੀ ਨਹੀਂ, ਤੇ ਫਿਰ ਅੰਦਰ ਵੀ ਹਿਰਦੇ ਵਿੱਚ ਵੀ ਕੀ ਵਸਣਾ ਹੈ। ਇਸ ਕਰਕੇ ਜਦੋਂ ਅਸੀਂ ਰਸਨਾ ਨਾਲ ਜਪਾਂਗੇ ਸਹਿਜੇ ਸਹਿਜੇ ਆਪੇ ਹੀ, ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਦੰਦਾਂ ਨਾਲ ਚਬਾ ਕੇ ਉਹਨੂੰ ਅੰਦਰ ਲੰਘਾ ਲਿਆ, ਪਰ ਉਹਦਾ ਅਸਰ ਆਪੇ ਹੀ ਅੰਦਰ ਹੋ ਜਾਂਦਾ ਹੈ। ਖੂਨ ਵਿੱਚ ਤਿਆਰ ਹੋ ਜਾਂਦਾ ਹੈ, ਸਰੀਰ ਨੂੰ ਪਤਾ ਲੱਗ ਜਾਂਦਾ ਵੀ ਪ੍ਰਸ਼ਾਦਾ ਛਕ ਲਿਆ। ਤੂੰ ਤਾਂ ਕੇਵਲ ਹੱਥ ਨਾਲ ਤੋੜ ਕੇ ਗਰਾਈ ਮੂੰਹ ਵਿੱਚ ਪਾਈ ਹੈ ਤੇ ਦੰਦਾਂ ਨਾਲ ਚਬਾ ਕੇ ਅੰਦਰ ਲੰਘਾ ਲਈ, ਅੰਦਰ ਲੰਘਾਉਣ ਤੇ ਵੀ ਜ਼ੋਰ ਨਹੀਂ ਆਇਆ। ਇਸੇ ਤਰ੍ਹਾਂ ਜਦੋਂ ਅੰਦਰ ਗਰਾਈ ਚਲੇਗੀ ਪ੍ਰਸ਼ਾਦੇ ਭੋਜਨ ਦੀ, ਉਹਨੇ ਜਾ ਕੇ ਆਪਣਾ ਅੰਦਰ ਅਸਰ ਸ਼ੁਰੂ ਕਰ ਦਿੱਤਾ। ਉਹਦਾ ਜਿਹੜਾ ਖੂਨ ਤਿਆਰ ਹੋਣ ਲੱਗ ਪਿਆ, ਮੇਜ ਮਾਸ ਬਣਨ ਲੱਗ ਪਿਆ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਰਸਨਾ ਨਾਲ ਨਾਮ ਜਪੇਂਗਾ ਸਹਿਜੇ ਸਹਿਜੇ ਅੰਦਰ ਉਹਨੇ ਆਪੇ ਹੀ ਵਸਣ ਲੱਗ ਜਾਣਾ ਹੈ, ਆਪੇ ਹੀ ਤੇਰੇ ਅੰਦਰ ਅਸਰ ਪੈਣ ਲੱਗ ਪੈਣਾ ਹੈ, ਤੇਰੇ ਉੱਤੇ ਅਸਰ ਹੋਣ ਲੱਗ ਜਾਣਾ ਉਸ ਸਿਮਰਨ ਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਪ੍ਰਸਾਦਾ ਛਕ ਲੈਣਾ ਇਸ ਮੂੰਹ ਨਾਲ, ਉਵੇਂ ਹੀ ਇਸ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ। ਸਹਿਜੇ ਸਹਿਜੇ ਅੰਦਰ ਅਸਰ ਹੋਣ ਲੱਗ ਪੈਣਾ ਹੈ। ਜਿਵੇਂ ਅਸੀਂ ਪੇੜ ਪੌਦੇ ਦੇ ਜੜ੍ਹਾਂ ਵਿੱਚ ਪਾਣੀ ਪਾ ਦਿੰਦੇ ਹਾਂ ਤੇ ਉਹ ਪਾਣੀ ਦਾ ਅਸਰ ਜਿਹੜਾ ਫੁੱਲਾਂ ਵਿੱਚ ਵੀ ਆ ਜਾਂਦਾ ਹੈ, ਫਲਾਂ ਵਿੱਚ ਵੀ ਆ ਜਾਂਦਾ ਹੈ। ਪਾਇਆ ਤਾਂ ਅਸੀਂ ਜੜ੍ਹਾਂ ਵਿੱਚ ਹੈ ਪਾਣੀ, ਪਰ ਉਹਦਾ ਜਿਹੜਾ ਅਸਰ ਸਾਰੇ ਹੋ ਗਿਆ। ਦੇਖੋ ਕਿੱਡੇ ਕਿੱਡੇ ਵੱਡੇ ਲੰਮੇ ਦਰਖਤ, ਪਰ ਜੜ੍ਹਾਂ ਤੋਂ ਹੀ ਤਿਆਰ ਹੁੰਦੇ ਆ। ਸਪੈਦਾ ਕਿੱਡਾ ਲੰਮਾ 100-100 ਫੁੱਟ ਦੇ ਸਪੈਦੇ, ਉਹਦੇ ਸਿਰੇ ਤੇ ਜਾ ਕੇ ਦੇਖੋ ਉਹਦੇ ਫੁੱਲ ਵਿੱਚ ਵੀ ਪਾਣੀ ਦਾ ਅਸਰ ਹੈ। ਪਿਆ ਤਾਂ ਜੜ ਵਿੱਚ ਹੈ ਪਾਣੀ, ਪਰ ਉਹਦਾ ਅਸਰ ਸਿਰੇ ਤੇ ਚੋਟੀ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਰਸਨਾ ਨਾਲ ਨਾਮ ਜਪੇਂਗਾ ਤੇਰੇ ਸਾਰੇ ਸਰੀਰ ਦੇ ਅੰਦਰ ਉਸ ਨਾਮ ਦਾ ਅਸਰ ਹੋ ਜਾਣਾ ਹੈ। ਤੇਰੇ ਘਰ ਵਿੱਚ ਵੀ ਉਹਦਾ ਨਾਮ ਦਾ ਉਸ ਦਾ ਅਸਰ ਹੋ ਜਾਣਾ ਹੈ। ਜਿੱਥੇ ਗੁਰਮੁਖ ਪਿਆਰੇ ਗੁਰੂ ਦਾ ਨਾਮ ਜਪਣ ਵਾਲੇ ਵਸਦੇ ਆ, ਉਸ ਘਰ ਵਿੱਚ ਵੀ ਉਸ ਨਾਮ ਦਾ ਅਸਰ ਹੁੰਦਾ ਹੈ। ਉਸ ਘਰ ਵਿੱਚ ਏਕਤਾ ਹੁੰਦੀ, ਇਤਫਾਕ ਹੁੰਦਾ, ਪਿਆਰ ਭਾਵਨਾ ਹੁੰਦੀ। ਨਹੀਂ ਤੇ ਆਪਾਂ ਦੇਖਦੇ ਹਾਂ ਦੁਨੀਆ ਵਿੱਚ ਕੀ ਹਾਲ ਹੁੰਦਾ ਹੈ। ਜਿੱਥੇ ਪਰਮੇਸ਼ਰ ਦਾ ਨਾਮ ਹੀ ਨਹੀਂ, ਉੱਥੇ ਉਜਾੜ ਹੈ। ਆਪਾਂ ਅੱਗੇ ਵਿਚਾਰ ਕੀਤੀ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅੱਠੇ ਪਹਿਰ ਉਹਦਾ ਸਿਮਰਨ, ਉਹਦੀ ਯਾਦ ਅੰਦਰ ਵਸਾਈ ਰੱਖ। ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ। ਆਪਾਂ ਵਿਚਾਰ ਕਰਦੇ ਸੀ ਪਹਿਲਾਂ ਸਹਿਜੇ ਸਹਿਜੇ ਰਸਨਾ ਨਾ ਜਪ, ਅਰਦਾਸ ਬੇਨਤੀ ਕਰ ਅਕਾਲ ਪੁਰਖ ਜੀ ਮੈਨੂੰ ਸਿਮਰਨ ਦੀ ਦਾਤ ਬਖਸ਼ੋ, ਰਹਿਮਤ ਕਰੋ। ਇਹ ਦਾਤ ਹੈ ਪੂਰੇ ਗੁਰੂ ਤੋਂ ਹੀ ਮਿਲਦੀ ਹੈ। ਅੱਗੇ ਉਚਾਰਨ ਕਰਦੇ ਹਨ ਪ੍ਰਭ ਕੀ ਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਪਰਮਾਤਮਾ ਦੇ ਸਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ, ਉਹਦੀ ਵਡਿਆਈਆਂ ਕਹਿ ਕੇ ਦੱਸੀਆਂ ਨਹੀਂ ਜਾ ਸਕਦੀਆਂ ਵੀ ਕਿੰਨੀਆਂ ਕੁ ਵਡਿਆਈਆਂ ਪਰਮਾਤਮਾ ਦੀ। ਉਹਦੀ ਕਹਾਣੀ ਅਕਥ ਹੈ, ਕਹਿਣ ਤੋਂ ਪਰੇ ਹੈ, ਬਿਆਨ ਨਾ ਹੋਣ ਵਾਲੀ ਪਰਮੇਸ਼ਰ ਦੀ ਵਡਿਆਈ ਹੈ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਜਨ ਕਹਿੰਦੇ ਉਹਦੇ ਪਿਆਰੇ ਨੂੰ, ਪਰਮਾਤਮਾ ਦੇ ਸੇਵਕ ਨੂੰ। ਜਿਹੜੇ ਉਹਦੇ ਪਿਆਰੇ ਆ, ਉਹਦੇ ਸੇਵਕ ਹੈ, ਉਹ ਆਤਮਿਕ ਜੀਵਨ ਦੇਣ ਵਾਲੀ ਬਾਣੀ, ਉਹਦੀ ਸਿਫਤ ਸਲਾਹ ਪਰਮੇਸ਼ਰ ਦੀ ਉਹ ਸਦਾ ਹੀ ਉਚਾਰਦੇ ਆ, ਇਸ ਰਸਨਾ ਨਾਲ ਜਪਦੇ ਆ। ਜਨ ਬੋਲੇ ਅੰਮ੍ਰਿਤ ਬਾਣੀ, ਉਹ ਅੰਮ੍ਰਿਤ ਬਾਣੀ ਹੈ ਜਿਹੜੀ ਗੁਰੂ ਨਾਲ ਜੋੜਦੀ ਹੈ, ਪਰਮੇਸ਼ਰ ਦੀ ਯਾਦ ਅੰਦਰ ਵਸਾਉਂਦੀ। ਉਹ ਅੰਮ੍ਰਿਤ ਬਾਣੀ ਹੈ ਜਿਹੜੀ ਗੁਰੂ ਨਾਲ ਤੋੜ ਕੇ ਕੁਰਾਹੇ ਪਾਉਂਦੀ, ਵਿਕਾਰਾਂ ਵੱਲ ਤੋਰਦੀ। ਉਹ ਕੱਚੀ ਬਾਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਚਾਰਨ ਕਰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਉਸ ਬਾਣੀ ਨੂੰ ਗਾਓ ਜਿਸ ਨੂੰ ਗਾਉਣ ਨਾਲ ਸਾਡਾ ਭਲਾ ਹੋਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਗੁਰਮੁਖ ਪਿਆਰੇ, ਗੁਰੂ ਨੂੰ ਪਿਆਰ ਕਰਨ ਵਾਲੇ ਜਨ ਬੋਲੇ ਅੰਮ੍ਰਿਤ ਬਾਣੀ। ਗੁਰੂ ਦੇ ਪਿਆਰੇ ਸਦਾ ਹੀ ਅੰਮ੍ਰਿਤਮਈ ਬਾਣੀ ਉਚਾਰਦੇ। ਨਾਨਕ ਦਾਸ ਵਖਾਣੀ
गुरपुरे ते जानी। नानक दास बखानी, बखानी का अर्थ है उचारण कीती हुई। ये गुरबाणी जो असी पढ़ के विचार के अंदर वसाउने, ये भी सतगुरु के मुखार बिंद तो उचारण कीती हुई गुरबाणी है। ये धुर दरगाह तो आई है, जिथे सचखंड परमेश्वर का वासा है। सचखंड वसै निरंकार, उतों ये गुरबाणी आई है। ते सतगुरु जी कहते आई किन्हां राही? गुरुआं राही। ਜਿਹੜੇ ਉਹਦਾ ਰੂਪ ਇਸ ਸੰਸਾਰ ਤੇ ਆਏ, ਉਹਨਾਂ ਨੇ ਇਹ ਗੁਰਬਾਣੀ ਉਚਾਰਨ ਕਰਕੇ ਸਾਨੂੰ ਬਖਸ਼ੀ ਹੈ। ਇਹ ਸੱਚੀ ਬਾਣੀ ਜੋ ਵੀ ਪੜ੍ਹਦਾ ਸੁਣਦਾ ਉਹ ਨਿਹਾਲ ਹੁੰਦਾ ਹੈ। ਤੇ ਉਹਦੇ ਸੇਵਕ ਸਤਿਗੁਰੂ ਜੀ ਕਹਿੰਦੇ ਨਾਨਕ ਦਾਸ ਬਖਾਣੀ। ਸਤਿਗੁਰੂ ਦੇ ਸੇਵਕ ਇਸ ਗੁਰਬਾਣੀ ਨੂੰ ਅੰਦਰ ਵਸਾਉਂਦੇ ਆ, ਹਿਰਦੇ ਵਿੱਚ ਵਸਾ ਕੇ ਰਸਨਾ ਨਾਲ ਜਪਦੇ ਆ। ਤੇ ਸਤਿਗੁਰੂ ਜੀ ਕਹਿੰਦੇ ਗੁਰ ਪੂਰੇ ਤੇ ਜਾਣੀ। ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ, ਇਹ ਗੁਰਮਤ ਹਾਸਲ ਕਰ ਲਈ ਕਿ ਗੁਰਬਾਣੀ ਨਾਲ ਜੁੜ ਕੇ, ਨਾਮ ਨਾਲ ਜੁੜ ਕੇ ਹੀ ਭਲਾ ਹੋਣਾ ਹੈ। ਬੰਦਗੀ ਨਾਲ, ਪਰਮੇਸ਼ਰ ਦੇ ਸਿਮਰਨ ਨਾਲ ਜੁੜ ਕੇ ਸਾਡਾ ਸਮਾਂ ਸਫਲਾ, ਸਾਡਾ ਜ਼ਿੰਦਗੀ ਦਾ ਜੀਵਨ ਜਿਹੜਾ ਸਫਲਾ ਹੋਣਾ ਹੈ, ਇਹ ਪਰਮੇਸ਼ਰ ਦਾ ਨਾਮ ਜਪ ਕੇ ਸਫਲਾ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਨ੍ਹਾਂ ਨੂੰ ਇਹ ਸਮਝ ਆ ਗਈ, ਫਿਰ ਉਹੀ ਸਤਿਗੁਰੂ ਦੀ ਗੁਰਮਤ ਦੇ ਰਸਤੇ ਤੇ ਤੁਰਦੇ। ਗੁਰ ਪੂਰੇ ਤੇ ਜਾਣੀ, ਜਿਨ੍ਹਾਂ ਨੂੰ ਪੂਰੇ ਗੁਰੂ ਤੋਂ ਇਹ ਸਮਝ ਹਾਸਲ ਹੋ ਗਈ, ਸਤਿਗੁਰੂ ਜੀ ਕਹਿੰਦੇ ਉਹੀ ਗੁਰੂ ਵਾਲੇ ਪਾਸੇ ਤੁਰ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਆ। ਜਿਨ੍ਹਾਂ ਨੂੰ ਸੁਮਤ ਆ ਗਈ, ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ, ਜਿਹੜੇ ਹਜੇ ਆਪਣੀ ਮੱਤ ਤੇ ਤੁਰੇ ਹੋਏ ਆ, ਉਹਨਾਂ ਨੂੰ ਉਹ ਬੇਪਰਵਾਹ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਆ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਸਤਿਗੁਰੂ ਜੀ ਕਹਿੰਦੇ ਇਕਨਾਂ ਨੂੰ ਤਾਂ ਸੋਝੀ ਆ ਗਈ ਵੀ ਜੀਵਨ ਕਾਹਦੇ ਵਾਸਤੇ ਮਿਲਿਆ, ਇਹ ਜ਼ਿੰਦਗੀ ਥੋੜੇ ਸਮੇਂ ਵਾਸਤੇ ਮਿਲੀ ਆ। ਉਹਨਾਂ ਨੂੰ ਸੋਝੀ ਆ ਗਈ ਤੇ ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਕਰ ਲਿਆ ਗੁਰੂ ਨਾਲ ਜੁੜ ਕੇ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਪਰ ਇਕਨਾਂ ਨੂੰ ਹਜੇ ਸੋਝੀ ਨਹੀਂ ਆਈ, ਉਹ ਬੇਪਰਵਾਹ ਹੋਏ ਫਿਰਦੇ ਆ ਵੀ ਚਲੋ ਜੀ ਖਾਓ ਪੀਓ ਐਸ਼ ਕਰੋ, ਅੱਗਾ ਕਿਨੇ ਦੇਖਿਆ, ਆਨੰਦ ਲਓ, ਮਰ ਤਾਂ ਇੱਕ ਦਿਨ ਜਾਣਾ ਹੀ ਹੈ। ਸਤਿਗੁਰੂ ਜੀ ਕਹਿੰਦੇ ਉਹ ਬੇਪਰਵਾਹ ਹੋਏ ਫਿਰਦੇ ਆ। ਉਹਨਾਂ ਨੂੰ ਬਾਅਦ ਵਿੱਚ ਬਹੁਤ ਦੁੱਖ ਭੋਗਣੇ ਪੈਣਗੇ, ਨਰਕਾਂ ਦੀ ਅੱਗ ਵਿੱਚ ਸੜਨਾ ਪੈਣਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸਮਝ ਆ ਗਈ, ਸੋਝੀ ਆ ਗਈ, ਉਹ ਆਪਣੇ ਜੀਵਨ ਨੂੰ ਗੁਰੂ ਨਾਲ ਜੁੜ ਕੇ ਸਫਲਾ ਕਰ ਲੈਂਦੇ ਆ। ਉਹਨਾਂ ਦਾ ਆਇਆ ਪ੍ਰਵਾਨ। ਸਤਿਗੁਰੂ ਨੇ ਘਰ ਤੋਂ ਗੱਲ ਸ਼ੁਰੂ ਕੀਤੀ। ਆਪਾਂ ਵਿਸ਼ੇ ਵਿੱਚ ਜਿਹੜਾ ਵਿਸ਼ਾ ਚੱਲ ਰਿਹਾ ਹੈ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ, ਹਿਰਦਾ ਰੂਪ ਘਰ ਵੀ ਸੁਖੀ ਹੋ ਜਾਂਦਾ ਹੈ। ਉਹਨਾਂ ਦਾ ਇਹ ਪਰਿਵਾਰ ਵਾਲਾ ਘਰ ਜਿੱਥੇ ਅਸੀਂ ਰਹਿੰਦੇ ਉਹ ਵੀ ਸੁਖੀ ਵਸਦਾ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ। ਸਤਿਗੁਰੂ ਜੀ ਉਪਦੇਸ਼ ਕਰਦੇ ਆ, ਜੇ ਸੱਚੀ ਸੁਖੀ ਹੋਣਾ ਹੈ, ਆਪਣੇ ਘਰ ਪਰਿਵਾਰ ਨੂੰ ਸੁਖੀ ਸ਼ਾਂਤੀ ਵਸਾਉਣਾ, ਤੇ ਉਸ ਘਰ ਵਿੱਚ ਬੈਠ ਕੇ ਪਰਮਾਤਮਾ ਨੂੰ ਯਾਦ ਜ਼ਰੂਰ ਕਰਿਆ ਕਰ, ਉਹਦਾ ਸਿਮਰਨ ਜ਼ਰੂਰ ਕਰਿਆ ਕਰ। ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦਾ ਸਿਮਰਨ ਹੈ, ਉਹੀ ਸੁਖੀ ਵਸਦੇ ਆ। ਤੇ ਨਹੀਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਉਜਾੜ ਹੈ। ਜਹ ਘਰ ਸਾਧ ਨ ਸੇਵੀਐ, ਹਰਿ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਵਸੈ ਤਨ ਮਾਹੇ। ਜਿੱਥੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਜਾਂਦਾ, ਭਗਤ ਕਬੀਰ ਜੀ ਕਹਿੰਦੇ ਉਹ ਘਰ ਮੜੀਆਂ ਵਰਗੇ ਆ। ਮੜੀਆਂ ਦੇ ਵਿੱਚ ਫਿਰ ਭੂਤ ਵਸਦੇ ਆ, ਭੂਤਾਂ ਤੋਂ ਬਿਨਾਂ ਉੱਥੇ ਹੋਰ ਕੁਝ ਨਹੀਂ। ਜਿੱਥੇ ਪਰਮਾਤਮਾ ਦਾ ਸਿਮਰਨ, ਉਹੀ ਘਰ ਸੁਖੀ ਵਸਦੇ ਆ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗਲਤੀਆਂ ਭੁੱਲਾਂ ਦੀ ਖਿਮਾ, ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਬਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।